ਸਤਿ ਸ੍ਰੀ ਅਕਾਲ। ਮੈਂ ਤੁਹਾਡਾ ਆਪਣਾ ਖਾਕ ਸਿੰਘ। ਹਰ ਵਾਰ ਦੀ ਤਰ੍ਹਾਂ ਅੱਜ ਫਿਰ ਤੁਹਾਡੇ ਲਈ ਇੱਕ ਨਵੀਂ ਕਹਾਣੀ ਲੈ ਕੇ ਪੇਸ਼ ਹੋਇਆ ਹਾਂ। ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਸਮਝ ਵੀ ਆਵੇਗੀ ਅਤੇ ਇਸ ਕਹਾਣੀ ਤੋਂ ਤੁਸੀਂ ਜ਼ਰੂਰ ਕੁਝ ਨਾ ਕੁਝ ਆਪਣੀ ਜ਼ਿੰਦਗੀ ਵਿੱਚ ਬਦਲਾਅ ਵੀ ਕਰੋਗੇ। ਇਸ ਕਹਾਣੀ ਦਾ ਜੋ ਵਿਸ਼ਾ ਹੈ ਉਹ ਹੈ ਗਵਾਚੀ ਜ਼ਿੰਦਗੀ ਜਾਂ ਗਵਾਚੇ ਪਲ। ਚੜ੍ਹਦੀ ਜਵਾਨੀ ਦੇ 20 ਸਾਲ ਪਤਾ ਹੀ ਨਾ ਲੱਗਾ ਕਦੋਂ ਮੌਜ ਮਸਤੀ ਵਿੱਚ ਹਵਾ ਹੋ ਗਈ। ਫਿਰ ਘਰੋਂ ਜ਼ੋਰ ਪਿਆ ਤੇ ਸ਼ੁਰੂ ਹੋਇਆ ਰੁਜ਼ਗਾਰ ਲੱਭਣ ਦਾ ਨਾ ਮੁੱਕਣ ਵਾਲਾ ਸੰਘਰਸ਼। ਚੰਗੀ ਮਾੜੀ, ਕੱਚੀ ਪੱਕੀ, ਸਰਕਾਰੀ ਪ੍ਰਾਈਵੇਟ, ਜਿਹੜੀ ਮਰਜ਼ੀ ਮਿਲ ਜੇ। ਇਸੇ ਗਧੀ ਗੇੜ 'ਚੋਂ ਲੰਘਦੇ ਹੋਏ ਨੂੰ ਮਿਲਿਆ ਤਨਖਾਹ ਦਾ ਪਹਿਲਾ ਚੈੱਕ ਜਦੋਂ ਬੈਂਕ ਵਿੱਚ ਪਹਿਲੀ ਵਾਰ ਜਮ੍ਹਾਂ ਹੋ ਗਿਆ ਤਾਂ ਫਿਰ ਸ਼ੁਰੂ ਹੋ ਗਈ ਬੈਂਕ ਅਕਾਊਂਟ ਵਿੱਚ ਸਿਫਰਾਂ ਜੋੜਨ ਦੀ ਨਾ ਮੁੱਕਣ ਵਾਲੀ ਮੱਸਿਆ ਦੀ ਕਾਲੀ ਰਾਤ। ਰੋਜ਼ ਸਵੇਰੇ ਇਹ ਸੋਚ ਕੇ ਉੱਠਦਾ ਕਿ ਅੱਜ ਕੋਈ ਐਸਾ ਕੰਮ ਕਰਨਾ ਕਿ ਬੈਂਕ ਵਿੱਚ ਪਈ ਪੂੰਜੀ ਦੇ ਸੱਜੇ ਪਾਸੇ ਇੱਕ ਹੋਰ ਸਿਫਰ ਜੁੜ ਜਾਵੇ। ਇਸੇ ਚੱਕਰ ਵਿੱਚ ਯਾਰਾਂ ਦੋਸਤਾਂ 27 ਸਾਲ ਪੂਰੇ ਹੋਣ ਵਾਲਾ ਕੇਕ ਵੀ ਕੱਟ ਦਿੱਤਾ। ਫਿਰ ਵਿਹੜੇ ਵਿੱਚ ਵਿਆਹ ਦਾ ਗਾਉਣ ਧਰਿਆ ਗਿਆ। ਨੌਕਰੀ ਕਰਦੀ ਚੰਨ ਵਰਗੀ ਵਹੁਟੀ ਨੇ ਆਣ ਘਰ ਦੀਆਂ ਬਰੂਹਾਂ ਟੱਪੀਆਂ। ਖੁਸ਼ੀ ਹੋਰ ਦੂਣੀ ਸਵਾਈ ਹੋ ਗਈ ਕਿਉਂਕਿ ਸੱਜੇ ਪਾਸੇ ਵਾਲੀਆਂ ਸਿਫਰਾਂ ਹੁਣ ਹੋਰ ਰਫ਼ਤਾਰ ਨਾਲ ਵਧਣੀਆਂ ਸ਼ੁਰੂ ਹੋ ਗਈਆਂ। ਮੇਰੇ ਘਰ ਵਾਲੀ ਸਰਕਾਰੀ ਨੌਕਰੀ ਕਰਦੀ ਸੀ। ਪਹਿਲੇ 4-5 ਸਾਲ ਖੁਸ਼ੀਆਂ ਖੇੜਿਆਂ ਦੇ ਭਰੇ ਲੰਘ ਗਏ। ਫਿਰ ਵਿਹੜੇ ਵਿੱਚ ਇੱਕ ਬੱਚੇ ਦੀ ਕਿਲਕਾਰੀ ਗੂੰਜੀ। ਲੱਗਾ 7 ਜਹਾਨਾਂ ਦੀ ਖੁਸ਼ੀ ਮੈਨੂੰ ਮਿਲ ਗਈ। ਸਾਰਾ ਕੁਝ ਨਿਆਣੇ ਦੇ ਭੰਗੂੜੇ ਤੇ ਕੇਂਦਰਿਤ ਹੋ ਗਿਆ। ਇਕੱਠੇ ਖਾਣਾ ਪੀਣਾ, ਬੋਲਣਾ, ਗੱਲਾਂ ਕਰਨੀਆਂ, ਦੁੱਖ ਸੁੱਖ ਕਰਨਾ, ਇਹ ਸਾਰਾ ਕੁਝ ਹੱਦ ਤੱਕ ਹੌਲੀ ਹੌਲੀ ਘਟਦਾ ਗਿਆ। ਫਿਰ ਗੱਡੀ, ਘਰ ਦੀਆਂ ਕਿਸ਼ਤਾਂ, ਜਵਾਕ ਦੇ ਸਕੂਲ ਦੀਆਂ ਫੀਸਾਂ, ਪਾਰਟੀ ਦੇ ਖਰਚੇ, ਉੱਤੋਂ ਬੈਂਕ ਵਿੱਚ ਸਿਫਰਾਂ ਵਧਾਉਣ ਵਾਲਾ ਕਦੀ ਨਾ ਮੁੱਕਣ ਵਾਲਾ ਗੇੜ। ਮੈਂ ਕੰਮ ਦੀ ਭੱਠੀ ਵਿੱਚ ਧੁਆਂਖਿਆ ਗਿਆ ਅਤੇ ਮੇਰੇ ਘਰ ਵਾਲੀ ਵੀ ਕੰਮ ਕਰਦੀ ਗਈ। ਮੈਂ ਕੋਲੂ ਦਾ ਬਲਦ ਬਣਿਆ ਸਵੇਰੇ ਘਰੋਂ ਨਿਕਲਦਾ ਅਤੇ ਹਨੇਰੇ ਹੋਈ ਲਾਸ਼ ਬਣ ਘਰ ਮੁੜਦਾ। ਫਿਰ ਇਸੇ ਜਾਗੋ ਮਿੱਟੀ ਵਿੱਚ ਪਤਾ ਹੀ ਨਾ ਲੱਗਾ ਕਦੋਂ ਜ਼ਿੰਦਗੀ ਦੇ 37 ਸਾਲ ਇਤਿਹਾਸ ਹੋ ਗਏ। ਘਰ ਵਿੱਚ ਹਰ ਸੁੱਖ ਸਹੂਲਤ ਮੌਜੂਦ ਸੀ ਪਰ ਫਿਰ ਵੀ ਸਵੇਰੇ ਫਿਕਰਾਂ ਦੀ ਪੰਡ ਲੈ ਉੱਠਦਾ ਤੇ ਰਾਤ ਸੋਚਾਂ ਦੇ ਬੱਦਲ ਕਿੰਨੀ ਦੇਰ ਨੀਂਦਰ ਨਾ ਪੈਣ ਦਿੰਦੇ। ਕਈ ਵਾਰ ਬਿਨਾਂ ਗੱਲ ਤੋਂ ਸ਼ੁਰੂ ਹੁੰਦੀ ਆਪਸੀ ਬਹਿਸ ਵੱਡੇ ਝਗੜੇ ਵਿੱਚ ਬਦਲ ਜਾਂਦੀ। ਫਿਰ ਬੋਲਚਾਲ ਘਟਦੀ ਗਈ ਤੇ ਸਾਡੇ ਅੰਦਰ ਦਾ ਖਾਲੀਪਨ ਵੱਧਦਾ ਗਿਆ। ਮੇਰੇ ਘਰ ਵਾਲੀ ਗੱਲ ਤੇ ਚਿੜ ਜਾਂਦੀ ਤੇ ਮੈਂ ਗ੍ਰਹਿਸਤ ਦੀ ਗੱਡੀ ਲੀਹੇ ਪਈ ਰਹਿਣ ਖਾਤਰ ਚੁੱਪ ਵੱਟਣ ਦੀ ਆਦਤ ਜੀ ਪਾ ਲਈ। ਅਚਾਨਕ ਵਿਆਹ ਦੀ 10ਵੀਂ ਵਰ੍ਹੇਗੰਢ ਵੀ ਰੇਲ ਦੇ ਨਿੱਕੇ ਜਿਹੇ ਸਟੇਸ਼ਨ ਵਾਂਗ ਆਈ ਤੇ ਲੰਘ ਗਈ। ਨਿੱਕਾ ਬਾਲ ਹੁਣ ਸਿਆਣਾ ਹੋ ਗਿਆ ਪਰ ਉਹ ਵੀ ਕੁਝ ਆਪਣੇ ਆਪ ਵਿੱਚ ਹੀ ਹੁਣ ਰਹਿਣ ਲੱਗ ਪਿਆ। ਪਰ ਮਿੱਠੀ ਜਿਹੀ ਤਸੱਲੀ ਇਹ ਸੀ ਕਿ ਬੈਂਕ ਦੀਆਂ ਸਿਫਰਾਂ ਹਜੇ ਵੀ ਪੂਰੀ ਤੇਜ਼ ਰਫ਼ਤਾਰ ਨਾਲ ਵਧ ਰਹੀਆਂ ਸਨ। ਇੱਕ ਦਿਨ ਇਕੱਲਾ ਬੈਠਾ ਪੁਰਾਣੇ ਦਿਨ ਯਾਦ ਕਰਦੇ ਨੇ ਕੋਲੋਂ ਲੰਘਦੀ ਨਾਲ ਦੀ ਦਾ ਹੱਥ ਫੜ ਲਿਆ ਤੇ ਆਖਿਆ, ਆ ਘੜੀ ਕੋ ਮੇਰੇ ਕੋਲ ਬੈਠ, ਆਪਾਂ ਗੱਲਾਂ ਕਰੀਏ, ਦੁੱਖ ਸੁੱਖ ਫਰੋਲੀਏ। ਆਪਣਾ ਹੈ ਹੀ ਹੋਰ ਕੌਣ ਆ, ਆਪਾਂ 3 ਜਾਣੇ ਤਾਂ ਰਹਿੰਦੇ ਆ, ਗੱਲਾਂ ਕਰ। ਪੁੱਤਰ ਆਪਣਾ ਬਿਜੀ ਰਹਿੰਦਾ, ਆਪਾਂ ਗੱਲਾਂ ਕਰੀਏ। ਇਸ ਰੌਲੇ ਰੱਪੇ ਤੋਂ ਦੂਰ ਇਕਾਂਤ ਵਿੱਚ ਸੋਹਣੇ ਜਿਹੇ ਰੱਬ ਦੀ ਕੁਦਰਤ ਦਾ ਆਪਾਂ ਆਨੰਦ ਮਾਣਦੇ ਹਾਂ। ਚਲੋ ਚੱਲਦੇ ਹਾਂ। ਤੇ ਅੱਗੋਂ ਖਿਜੀ ਹੋਈ ਨੇ ਮੁੜਕਾ ਪਹੁੰਚਿਆ ਤੇ ਆਖਣ ਲੱਗੀ, ਸਕੂਲ ਦੇ ਪੇਪਰਾਂ ਦਾ ਢੇਰ ਲੱਗਿਆ, ਕੌਣ ਚੈੱਕ ਕਰੂ? ਮੈਥੋਂ ਨਹੀਂ ਕਰਾਈ ਜਾਂਦੀ ਰੋਜ਼ ਦੀ ਕੁੱਤੇ ਖਾਣੀ। ਸਾਰਾ ਕਿਚਨ ਠੀਕ ਹੋਣ ਵਾਲਾ ਪਿਆ, ਤੁਹਾਨੂੰ ਗੱਲਾਂ ਦੀ ਪਈ ਆ। ਗੁੱਸੇ ਨਾਲ ਹੱਥ ਛੁਡਾਇਆ ਤੇ ਤੁਰਦੀ ਬਣੀ। ਮੇਰਾ ਨਿੱਕਾ ਜਿਹਾ ਸੁਪਨਾ ਚਕਨਾਚੂਰ ਹੋ ਗਿਆ। ਫਿਰ ਚਿੱਠੀ ਬਣਦੇ ਡਾਕੀਏ ਵਾਂਗ ਇੱਕ ਦਿਨ ਜ਼ਿੰਦਗੀ ਦੇ 45ਵੇਂ ਸਾਲ ਨੇ ਆ ਦਸਤਕ ਦਿੱਤੀ। ਐਨਕ ਲੱਗ ਗਈ, ਵਾਲ ਕਾਲੇ ਕਰਨ ਵਾਲੀਆਂ ਡਾਈਆਂ ਦੇ ਢੇਰ ਲੱਗ ਗਏ। ਕਿਸੇ ਵੇਲੇ ਅੰਗੂਰੀ ਭਾਅ ਮਾਰਦੀ ਚਮੜੀ ਕਿਸਮਸ ਦਾ ਮੇਵਾ ਬਣਨੀ ਸ਼ੁਰੂ ਹੋ ਗਈ। ਨਾਲ ਹੀ ਸ਼ੁਰੂ ਹੋ ਗਏ ਡਾਕਟਰਾਂ ਦੇ ਨਾ ਮੁੱਕਣ ਵਾਲੇ ਚੱਕਰ। ਕਦੀ ਬਲੱਡ ਪ੍ਰੈਸ਼ਰ, ਸ਼ੂਗਰ, ਕੋਲੈਸਟਰੋਲ ਤੇ ਡਾਈਟਿੰਗ ਦੇ ਝਮੇਲਿਆਂ ਨਾਲ ਗੂੜੀ ਸਾਂਝ ਪੈ ਗਈ। ਫਿਰ ਅਜੇ ਬੇਟੇ ਦਾ ਕਾਲਜ ਮੁੱਕਿਆ ਹੀ ਸੀ। ਇੱਕ ਦਿਨ ਬੂਹਾ ਖੜਕਿਆ, ਡਾਕੀਆ ਸੀ। ਆਖਦਾ, ਮੂੰਹ ਮਿੱਠਾ ਕਰਵਾਓ, ਵੀਜ਼ਾ ਲੱਗ ਗਿਆ ਕਾਕੇ ਦਾ। ਮੇਰੇ ਅੰਦਰ ਦਾ ਰੁੱਗ ਭਰਿਆ ਪਰ ਬਾਹਰੋਂ ਪਲਾਸਟਿਕ ਦੀ ਮੇਰੀ ਸਮਾਈਲ ਸੀ। ਫਿਰ ਉਹ ਵੀ ਇੱਕ ਦਿਨ ਖੰਭ ਖਿਲਾਰ 7 ਸਮੁੰਦਰ ਪਾਰ ਉਡਾਰੀ ਮਾਰ ਗਿਆ। ਵਿਹੜਾ ਸੁੰਨਾ ਹੋ ਗਿਆ। ਜਿਸ ਵਿਹੜੇ ਵਿੱਚ ਉਸਦੀ ਇੱਕ ਦਿਨ ਕਿਲਕਾਰੀ ਵੱਜੀ ਸੀ ਉਹ ਵਿਹੜਾ ਹੁਣ ਮੈਨੂੰ ਖਾਣ ਨੂੰ ਪੈਂਦਾ ਸੀ ਤੇ ਦਿਲ ਨੂੰ ਧੂਹ ਜਿਹੀ ਪੈਂਦੀ ਸੀ।
ਫਿਰ ਦੋਨੋਂ 50-55 ਦੇ ਗੇੜ ਵਿੱਚ ਹੀ ਆ ਗਏ। ਬੈਂਕਾਂ ਵਿੱਚ ਕਿੰਨੀਆਂ ਸਿਫਰਾਂ ਹੋ ਗਈਆਂ ਸਨ। ਇਹ ਜਾਣਨ ਦੀ ਜਗਿਆਸਾ ਵੀ ਹੁਣ ਮੇਰੀ ਜਾਂਦੀ ਰਹੀ। ਹੁਣ ਮੈਨੂੰ ਕੋਈ ਫਿਕਰ ਨਹੀਂ ਸੀ ਕਿ ਮੇਰੇ ਕੋਲ ਕਿੰਨਾ ਪੈਸਾ, ਕਿੰਨੀ ਧਨ ਦੌਲਤ ਆ। ਡਾਕਟਰਾਂ ਖਾਣ ਪੀਣ ਦੀ ਮਨਾਹੀ ਕਰ ਦਿੱਤੀ। ਗਲੀ ਵੱਲ ਖੁੱਲ੍ਹਦੀ ਵਾਰੀ ਕੋਲ ਬੈਠੇ ਅਸੀਂ ਦੋਨੇ ਸਾਰਾ ਦਿਨ ਖੇਡਦੇ ਨਿਆਣਿਆਂ ਵੱਲ ਦੇਖਦੇ ਰਹਿੰਦੇ ਅਤੇ ਆਪਣਾ ਗਵਾਚਿਆ ਹੋਇਆ ਮਿੱਟੀ ਦਾ ਬਾਬਾ ਲੱਭਦੇ ਰਹਿੰਦੇ। ਇਸ ਲੁਕਣ ਮਿੱਟੀ ਵਿੱਚ ਪਤਾ ਹੀ ਨਾ ਲੱਗਦਾ ਸਾਨੂੰ ਵੀ ਕਦੋਂ ਸ਼ਾਮਾਂ ਪੈ ਜਾਂਦੀਆਂ। ਫਿਰ ਇੱਕ ਦਿਨ ਫੋਨ ਦੀ ਘੰਟੀ ਵੱਜੀ। ਦੌੜ ਕੇ ਫੋਨ ਚੱਕਿਆ। ਸਾਡੇ ਪਾਸੇ ਸਾਡੇ ਸੁਪਨਿਆਂ ਦਾ ਸੁਦਾਗਰ ਸੀ। ਅਜੇ ਹਾਲ ਚਾਲ ਹੀ ਪੁੱਛ ਰਿਹਾ ਸਾਂ ਕਿ ਗੱਲ ਵਿਚਾਲੋਂ ਕੱਟ ਦਿੱਤੀ ਅਤੇ ਮੈਨੂੰ ਕਹਿਣ ਲੱਗਿਆ, ਡੈਡ ਮੈਂ ਵਿਆਹ ਕਰਵਾ ਲਿਆ ਹੈ ਗੋਰੀ ਨਾਲ, ਬੜੇ ਚੰਗੇ ਸੁਭਾਅ ਦੀ ਹੈ। ਹੁਣ ਬਾਕੀ ਜ਼ਿੰਦਗੀ ਮੈਂ ਇੱਥੇ ਹੀ ਰਹੂੰਗਾ। ਬੈਂਕਾਂ ਵਾਲੀਆਂ ਸਿਫਰਾਂ ਕਿਸੇ ਅਨਾਥ ਆਸ਼ਰਮ ਨੂੰ ਦਾਨ ਕਰ ਦਿਓ, ਕਿਉਂਕਿ ਹੁਣ ਮੈਨੂੰ ਉਹਨਾਂ ਪੈਸਿਆਂ ਦੀ, ਉਹਨਾਂ ਸਿਫਰਾਂ ਦੀ ਕੋਈ ਲੋੜ ਨਹੀਂ। ਜੇ ਤੁਹਾਨੂੰ ਕੋਈ ਮੁਸ਼ਕਲ ਆਉਂਦੀ ਹੈ ਤਾਂ ਤੁਸੀਂ ਵੀ ਉੱਥੇ ਭਰਤੀ ਹੋ ਜਾਵੋ ਅਤੇ ਮੈਨੂੰ ਵਾਪਸ ਆਉਣ ਲਈ ਮਜਬੂਰ ਨਾ ਕਰਿਓ। ਏਡੀ ਵੱਡੀ ਗੱਲ ਮੇਰਾ ਪੁੱਤ ਬੜੇ ਹੀ ਸਹਿਜ ਸੁਭਾਅ ਨਾਲ ਕਰ ਗਿਆ। ਮੇਰੇ ਹੱਥੋਂ ਫੋਨ ਸੁੱਟ ਗਿਆ। ਲੱਗਿਆ ਕੋਈ ਆਪਣਾ ਭਰੇ ਬਾਜ਼ਾਰ ਲੁੱਟ ਪੁੱਟ ਨੰਗਾ ਕਰਕੇ ਮੈਨੂੰ ਸੁੱਟ ਗਿਆ। ਮੈਂ ਘਰ ਵਾਲੀ ਨੂੰ ਆਵਾਜ਼ ਮਾਰੀ। ਪਾਠ ਕਰਦੀ ਹੋਈ ਨੱਸੀ ਆਈ। ਕਹਿੰਦੀ ਕੀ ਹੋਇਆ, ਕਿਸ ਦਾ ਫੋਨ ਸੀ? ਮੈਂ ਅੱਗੋਂ ਆਖਿਆ ਕਿਸੇ ਦਾ ਨਹੀਂ। ਫਿਰ ਹੱਥ ਫੜ ਤਰਲਾ ਜਿਹਾ ਕੀਤਾ, ਅੱਜ ਚੱਲ ਬਾਹਰ ਚੱਲੀਏ। ਇਸ ਰੌਲੇ ਰੱਪੇ ਖੁਦਗਰਜੀ ਦੇ ਰੇਗਿਸਤਾਨ ਤੋਂ ਕੋਹਾਂ ਦੂਰ ਅਜੇ ਗੱਲ ਹੀ ਕਰ ਰਿਹਾ ਸਾਂ, ਮੇਰਾ ਆਪਣਾ ਸਰੀਰ ਠੰਡਾ ਹੁੰਦਾ ਜਾਪਿਆ। ਮੇਰਾ ਠੰਡਾ ਸੀਤ ਹੁੰਦਾ ਸਿਰ ਆਪਣੇ ਮੋਢਿਆਂ 'ਤੇ ਰੱਖ ਅੱਥਰੂ ਵਗਾਉਂਦੀ ਹੋਈ ਆਖਣ ਲੱਗੀ, ਚਲੋ ਚੱਲੀਏ। ਕਿੱਥੇ ਚੱਲਣਾ ਹੈ, ਕਿੱਥੇ ਗੱਲਾਂ ਕਰਨੀਆਂ, ਚਲੋ ਵੀ ਹੁਣ ਬੋਲਦੇ ਕਿਉਂ ਨਹੀਂ? ਬੋਲਦੇ ਨਹੀਂ। ਉਸਨੇ ਮੈਨੂੰ ਝੰਜੋੜਿਆ, ਪਰ ਮੈਂ ਤਾਂ ਕਦੀ ਨਾ ਉਸ ਦੀ ਬੁੱਕਲ ਵਿੱਚ ਪਿਆ ਸ਼ਾਂਤ ਹੋ ਚੁੱਕਾ ਸਾਂ ਸਦਾ ਵਾਸਤੇ। ਦੋਸਤੋ, ਇਹ ਸਿਫਰਾਂ ਦੀ ਗੁਲਾਮੀ ਕਰਦਿਆਂ, ਜ਼ਮੀਨ ਦੇ ਕਿੱਲੇ ਗਿਣਦਿਆਂ ਅੱਖ ਦੇ ਫੋਰ ਵਿੱਚ ਸਾਡੀ ਜ਼ਿੰਦਗੀ ਲੰਘ ਜਾਂਦੀ ਹੈ। ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਪੈਸਾ ਜ਼ਰੂਰੀ ਨਹੀਂ। ਘਰ ਠੀਕ ਹੈ, ਜ਼ਰੂਰੀ ਆ, ਪਰ ਇਹ ਨਹੀਂ ਵੀ ਅਸੀਂ ਆਪਣੇ ਘਰਾਂ ਨੂੰ ਮਹਿਲ ਬਣਾਉਣ ਦੇ ਵਿੱਚ ਹੀ ਲੱਗੇ ਰਹੀਏ। ਜਾਂ ਆਪਣੇ ਔਲਾਦ ਠੀਕ ਹੈ, ਮਤਲਬ ਆਪਣੀ ਔਲਾਦ ਦੀ ਸਾਨੂੰ ਕੇਅਰ ਕਰਨੀ ਚਾਹੀਦੀ ਆ, ਪਰ ਆਪਣੀ ਔਲਾਦ ਨੂੰ ਇੰਨਾ ਵੀ ਦੂਰ ਨਾ ਕਰੋ ਕਿ ਉਹ ਸਾਨੂੰ ਅੰਤ ਨੂੰ ਇਕੱਲਾ ਛੱਡ ਜਾਣ। ਤਾਂ ਮੇਰਾ ਸੁਝਾਅ ਤੁਹਾਨੂੰ ਇਹੀ ਹੈ ਵੀ ਆਪਣੀ ਜ਼ਿੰਦਗੀ ਨੂੰ ਮਾਣੋ, ਪੈਸਿਆਂ ਦੀ ਦੌੜ ਵਿੱਚ ਨਾ ਪਾਓ ਅਤੇ ਆਪਣੀ ਔਲਾਦ ਨੂੰ ਵੀ ਆਪਣੇ ਕੋਲ ਰੱਖੋ, ਉਹਨੂੰ ਚੰਗੀ ਸੇਧ ਦਿਓ। ਧੰਨਵਾਦ। ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਮੁਆਫ ਕਰਨਾ। ਬਾਕੀ ਤੁਸੀਂ ਸਮਝਦਾਰ ਹੋ। ਸਤਿ ਸ਼੍ਰੀ ਅਕਾਲ।